ਇੱਕ ਚੁਟਕੀ ਹਲਦੀ ਤੇ ਇੱਕ ਕੇਲਾ ਤੇ ਇਹ ਅਦਰਕ ਦਾ ਛੋਟਾ ਜਿਹਾ ਪੀਸ। ਇਹਨਾਂ ਤਿੰਨਾਂ ਚੀਜ਼ਾਂ ਦਾ ਫਾਇਦਾ ਸੁਣ ਲਿਆ ਜੇ। ਪਹਿਲੇ ਨੰਬਰ ਦੇ ਉੱਤੇ ਮੇਰੇ ਉਹ ਭੈਣਾਂ ਭਰਾ ਜਿਹੜੇ ਕਹਿੰਦੇ ਨਾ ਕਿ ਜਨਾਬ ਜਿਸਮ ਦੇ ਉੱਤੇ ਐਵੇਂ ਸੋਜਾਂ ਪੈ ਗਈਆਂ ਨੇ, ਛੋਟਾ ਪਿਸ਼ਾਬ ਰੁਕ ਗਿਆ ਹੈ ਜਾਂ ਸੋਜ ਪਈ ਹੈ ਜਿਸਮ ਦੇ ਉੱਤੇ ਕਿਸੇ ਨਾ ਕਿਸੇ ਹਿੱਸੇ ਦੇ ਉੱਤੇ, ਯਾਨੀ ਕਿ ਸਵੈਲਿੰਗ ਹੋ ਗਈ ਹੈ, ਉਹਦੇ ਵਾਸਤੇ ਬਿਹਤਰੀਨ ਰਿਜ਼ਲਟ ਇੱਕ ਕੇਲਾ ਤੇ ਛੋਟਾ ਜਿਹਾ ਅਦਰਕ ਦਾ ਪੀਸ ਤੇ ਇੱਕ ਚੁਟਕੀ ਹਲਦੀ ਦੀ। ਦੂਸਰੇ ਨੰਬਰ ਦੇ ਉੱਤੇ ਮੇਰੇ ਉਹ ਭੈਣਾਂ ਭਰਾ ਜਿਹੜੇ ਕਹਿੰਦੇ ਨੇ ਨਾ ਕਿ ਤਰੀਕਾ ਵੀ ਤੁਹਾਨੂੰ ਮੈਂ ਦੱਸ ਦਿਆਂਗਾ ਇਹਦਾ ਤਰੀਕਾਕਾਰ ਕੀ ਹੈਗਾ। ਦੂਸਰੇ ਨੰਬਰ ਦੇ ਉੱਤੇ ਮੇਰੇ ਉਹ ਭੈਣਾਂ ਭਰਾ ਜਿਹੜੇ ਕਹਿੰਦੇ ਨੇ ਜਿਸਮ ਦੇ ਵਿੱਚ ਕਮਜ਼ੋਰੀ ਹੈ, ਕਮਜ਼ੋਰੀ ਨੂੰ ਠੀਕ ਰੱਖਣਾ ਚਾਹੁੰਦੇ ਨੇ, ਯਾਨੀ ਕਿ ਐਵੇਂ ਤਾਕਤ ਵਾਲੀ ਜਿਹੜੀ ਰੋਜ਼ਾਨਾ ਬੁਨਿਆਦ ਤੇ ਗੋਲੀ ਖਾਣੀ ਪੈਂਦੀ ਹੈ ਉਹ ਵੀ ਨਹੀਂ ਖਾਣੀ ਪਏਗੀ ਅੱਲਾ ਦੀ ਰਹਿਮਤ ਨਾਲ। ਇਹ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ। ਤੀਸਰੇ ਨੰਬਰ ਦੇ ਉੱਤੇ ਨਿਜ਼ਾਮ ਨੂੰ ਬਿਹਤਰ ਕਰਨ ਵਾਸਤੇ ਉਹ ਵੀ ਠੀਕ ਹੋ ਜਾਏਗਾ ਮਸਲਾ। ਚੌਥੇ ਨੰਬਰ ਦੇ ਉੱਤੇ ਮੇਰੇ ਉਹ ਭੈਣਾਂ ਭਰਾ ਜਿਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ, ਬਹੁਤ ਜ਼ਿਆਦਾ ਕਬਜ਼ ਹੈ, ਸਖਤ ਤੋਂ ਸਖਤ ਕਬਜ਼ ਹੈ, ਤਰੀਕਾਕਾਰ ਜ਼ਰਾ ਸਮਝ ਲਿਆ ਜੇ। ਹਰ ਮਸਲੇ ਵਾਸਤੇ ਥੋੜਾ ਥੋੜਾ ਮੁਖਤਲਿਫ ਤਰੀਕਾਕਾਰ ਹੋਏਗਾ। ਪਹਿਲੇ ਨੰਬਰ ਦੇ ਉੱਤੇ ਕਬਜ਼ ਵਾਲੇ ਮੇਰੇ ਭੈਣ ਭਰਾ ਜਿਹੜਾ ਨਾ ਉਹ ਜ਼ਰਾ ਸਮਝ ਲਿਆ ਜੇ। ਇੱਕ ਕੇਲਾ ਤੇ ਇਹ ਤਕਰੀਬਨ ਅੱਧੀ ਚਮਚ ਹਲਦੀ ਦੀ ਲੈਣੀ ਹੈ ਤੇ ਅਦਰਕ ਦਾ 1 ਚਮਚ ਪਾਣੀ ਕੱਢ ਲੈਣਾ ਹੈ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਤੇ ਇਹ ਪੇਸਟ ਜੀ ਬਣਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਖਾਣੀ ਹੈ ਤੇ ਉਹਦੇ ਨਾਲ ਨਾ ਇਹ 1 ਕੱਪ ਗਰਮ ਦੁੱਧ ਦਾ ਪੀ ਲੈਣਾ ਹੈ। ਅੱਲਾ ਦੀ ਰਹਿਮਤ ਨਾਲ ਕਬਜ਼ ਵਾਲਾ ਮਸਲਾ ਜਿਹੜਾ ਨਾ ਉਹ ਤੁਹਾਡਾ ਪਹਿਲੀ ਖੁਰਾਕ ਦੇ ਨਾਲ ਹੀ ਜ਼ਬਰਦਸਤ ਰਿਜ਼ਲਟ ਮਿਲੇਗਾ। ਦੂਸਰੇ ਨੰਬਰ ਦੇ ਉੱਤੇ ਮੇਰੇ ਉਹ ਭੈਣਾਂ ਭਰਾ ਜਿਹੜੇ ਆਪਣੀ ਸਵੈਲਿੰਗ ਨੂੰ ਠੀਕ ਕਰਨਾ ਚਾਹੁੰਦੇ ਨੇ, ਜਿਸਮ ਦੇ ਉੱਤੇ ਸੋਜ਼ਸ਼ ਹੈ, ਇੱਕ ਐਵੇਂ ਛੋਟੀ ਜੀ ਚੁਟਕੀ ਹਲਦੀ ਦੀ ਜਿਹਨੂੰ ਅਸੀਂ ਫੂਕ ਮਾਰੀਏ ਤੇ ਉੱਡ ਜਾਵੇ ਇੰਨੀ ਕੁ ਚਾਹੀਦੀ ਹੈ ਤੇ ਚੰਦ ਕਤਰੇ ਜਿਹੜੇ ਨੇ ਅਦਰਕ ਦੇ ਤੇ ਅੱਧਾ ਕੇਲਾ, ਇਹਨੂੰ ਮਿਲਾ ਕੇ ਤੇ ਦੁਪਹਿਰ ਦੇ ਟਾਈਮ ਖਾਣਾ ਹੈ। ਇਸੇ ਤਰ੍ਹਾਂ ਨਿਜ਼ਾਮ ਨੂੰ ਬਿਹਤਰ ਕਰਨ ਵਾਸਤੇ ਤੇ ਕਮਜ਼ੋਰੀ ਵਾਲੇ ਮੇਰੇ ਭੈਣ ਭਰਾ ਜਿਹੜੇ ਨੇ ਉਹ ਇੱਕ ਕੇਲਾ ਦਰਮਿਆਨ ਚੋਂ ਕੱਟ ਕੇ ਨਾ ਉਹਦੇ ਉੱਤੇ ਹਲਦੀ ਮਲ ਕੇ ਤੇ ਦਰਮਿਆਨ ਦੇ ਵਿੱਚ ਇਸ ਤਰ੍ਹਾਂ ਕਰਕੇ ਨਾ ਅਦਰਕ ਦੇ 5-7 ਕਤਰੇ ਲਾ ਕੇ ਤੇ ਅਸਰ ਕੇ ਟਾਈਮ ਖਾਣਾ। ਇਨਸ਼ਾਅੱਲਾ ਉਹਦੇ ਨਾਲ ਨਿਜ਼ਾਮ ਬਿਹਤਰ ਹੋ ਜਾਏਗਾ ਤੇ ਜਿਸਮ ਦੇ ਵਿੱਚ ਕਮਜ਼ੋਰੀ ਠੀਕ ਹੋ ਜਾਏਗੀ। ਨਬੀ ਪਾਕ ਦੇ ਉੱਤੇ ਇੱਕ ਦਫਾ ਦਰੂਦ ਇਬਰਾਹੀਮ ਪੜ੍ਹ ਕੇ ਕਮੈਂਟ ਦੇ ਵਿੱਚ ਸੁਭਾਨ ਅੱਲਾਹ ਲਿਖ ਦਿਆ ਜੀ।